सतनाम करता पुरख निरभौ निर्वैर अकाल मूरत अजूनी सैभं गुरु प्रसाद सोए सुनंदड़ी मेरा तन मन मौला नाम जपंदड़ी लाली पंद जुलंदड़ी मेरा अंदर ठंडा गुर दर्शन देख निहाली पंद जुलंदड़ी मेरा अंदर ठंडा गुर दर्शन देख निहाली सतनाम वाहेगुरु साहिब जियो सूही महला तीजा शब्द सचै सच सुहेला जिथै सच्चे का हुए विचारो राम हूँ मैं सब किल विख काटे साच रखिया उर तारे राम शब्द सचै सच सुहेला जिथै सच्चे का हुए विचारो राम हूँ मैं सब किल विख काटे साच रखिया उर तारे राम सच्ची बाणी सच्चे गुण गावै तित कर सुहेला होई राम निर्मल गुण साचे तन मन साचा विच साचा पुरख प्रभ सोई राम सब सच वरतै सचो बोलै जो सच करै सो होई जह देखा तह सच पसरिया अवर ना दूजा कोई सच्चे उपजै सच समावै मर जन्मै दूजा होई नानक सब किछ आपे करता आप करावै सोई सच्चे भगत सोहैं दरबारे सच्चो सच वखाणे राम कट अंतरे साची बाणी साचो आप पछाणे राम आप पछाणै तां सच जाणै साचे सोजी होई सच्चा शब्द सच्ची है शोभा साचे ही सुख होई साच रते भगत इक रंगी दूजा रंग न कोई नानक जिस को मस्तक लिखिया तिस सच प्राप्त होई साच रते भगत इक रंगी दूजा रंग न कोई नानक जिस को मस्तक लिखिया तिस सच प्राप्त होई वाहिगुरु जी का खालसा वाहिगुरु जी की फतेह जुगो जुग अटल तन तन गुरु ग्रंथ साहिब जी गुरु पातशाह जी दी अजीम अपार नवाजिश बख्शिश शाम दे समय सत्संगत दा समा असीं माण पा रहे हैं अजे हुणे आप गुरबाणी कीर्तन सरवण कर रहे सी
ਅਗਲੇਰੇ ਸਮੇਂ 'ਚ ਗੁਰੂ ਸ਼ਬਦ ਵਿਆਖਿਆ ਹੋਣੀ ਹੈ। ਲੜੀਵਾਰ ਸੂਹੀ ਰਾਗ ਚੱਲ ਹੀ ਰਿਹਾ ਹੈ। ਗੁਰੂ ਅਮਰਦਾਸ ਪਾਤਸ਼ਾਹ ਦੁਆਰਾ ਉਚਾਰਨ ਕੀਤੀ ਗਈ ਪਾਵਨ ਰਚਨਾ ਛੰਤ, ਉਹਨੂੰ ਅਸੀਂ ਪਦਾ ਬਾ ਪਦਾ, ਬੰਦ ਬਾ ਬੰਦ ਵਿਚਾਰ ਰਹੇ ਹਾਂ। ਇਸ ਚੱਲ ਰਹੇ ਸ਼ਬਦ ਪ੍ਰਵਾਹ ਵਿੱਚ ਆਪ ਜੀ ਨੇ ਇਸ ਪਾਵਨ ਸ਼ਬਦ ਦੇ ਸ਼ੁਰੂਆਤੀ 2 ਪਦੇ ਵਿਆਖਿਆ ਸਮੇਤ ਸਰਵਨ ਕੀਤੇ ਨੇ। ਅਗਲੇਰੇ 2 ਬੰਦਾਂ ਦਾ ਪਾਠ ਕੀਤਾ ਹੈ। ਉਸ ਵਿੱਚੋਂ 3 ਨੰਬਰ ਪਦਾ ਅਸੀਂ ਬਣਦੇ ਸਮੇਂ 'ਚ ਅੱਜ ਵਿਚਾਰਾਂਗੇ। ਜੋ ਗੁਰੂ ਅਮਰਦਾਸ ਮਹਾਰਾਜ ਨਾਨਕ ਜੋਤ ਦਾ ਤੀਸਰਾ ਸਰੂਪ ਜੋ ਚੀਜ਼ ਬਿਆਨ ਕਰ ਰਿਹਾ ਹੈ, ਸੱਚੀ ਬਾਣੀ ਸੱਚੇ ਗੁਣ ਗਾਵੈ, ਤਿਤ ਘਰ ਸੁਹਿਲਾ ਹੋਈ ਰਾਮ। ਸੱਚੀ ਬਾਣੀ ਸੱਚੇ ਗੁਣ ਗਾਵੈ। ਬੀਤੇ ਕੱਲ੍ਹ ਵਾਲਾ ਸੰਦੇਸ਼ 'ਚ ਤੁਸੀਂ ਨਾਲ ਕੋਰਲੇਟ ਕਰੋਗੇ, ਉਹਨੂੰ ਰੀਕਾਲ ਕਰੋਗੇ ਉਸ ਤਰੀਕੇ ਨਾਲ ਜੋ ਆਪ ਸੁਣ ਰਹੇ ਸੀਗੇ। ਆਪਾਂ ਬੜੀ ਡਿਟੇਲਡ ਬਾਤ ਕੀਤੀ ਸੀਗੀ ਕਿ ਜੋ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ। ਇਹਦੇ ਵਿੱਚ ਵੀ ਸੱਚ ਹੈ ਸਤਿਗੁਰ ਸਾਚ ਬੁਝਾਇਆ, ਪਤ ਰਾਖੈ ਸਚ ਸੋਈ ਰਾਮ। ਐਕਚੁਅਲ ਉਹਦਾ ਨੈਕਸਟ ਵਰਜਨ ਉਸੇ ਚੀਜ਼ ਨੂੰ ਡਿਫਰੈਂਟ ਵੇ ਨਾਲ ਗੁਰੂ ਬਾਬਾ ਜੀ ਬਿਆਨ ਕਰ ਰਹੇ ਨੇ। ਜ਼ਿਕਰ ਆ ਰਿਹਾ ਸੱਚੀ ਬਾਣੀ ਸੱਚੇ ਗੁਣ ਗਾਵੈ। ਅਸਲ ਬਾਣੀ, ਅਸਲ ਬਚਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਦੇ ਖਿੜੇ ਹੋ ਸਕਦੇ ਨੇ ਜਿਹਦੇ 'ਚ ਸੱਚ ਦੇ ਗੁਣ ਨੇ। ਹੁਣ ਸੱਚ ਦੇ ਗੁਣ ਇਹ ਮੰਨਿਆ ਜਾਏ, ਬੰਦਾ ਇਹ ਕਹਿ ਸਕਦਾ ਹੈ ਕਿ ਮੈਂ ਪਿਆਰ ਨਾਲ ਭਰਿਆ ਵਾਂ, ਪਰ ਮੇਰੇ ਪਿਆਰ ਦੇ ਪਾਤਰ ਸਿਰਫ ਮੇਰੇ ਘਰ ਦੇ 3 ਮੈਂਬਰ ਹੀ ਨੇ, ਹੋਰ ਕੋਈ ਨਹੀਂ ਹੈਗਾ। ਅਤੇ ਉਹਨਾਂ 3 ਮੈਂਬਰਸ ਨੂੰ ਮੈਂ ਪਿਆਰ ਕਰਦਾ ਹੋਇਆ ਹਰ ਚੀਜ਼ ਪ੍ਰੋਵਾਈਡ ਕਰਨ ਲਈ ਦੁਨੀਆ ਭਰ ਦੇ ਲੋਕਾਂ ਨਾਲ ਲੜ ਵੀ ਸਕਦਾ, ਲੁੱਟ ਵੀ ਸਕਦਾ, ਨੁਕਸਾਨ ਵੀ ਕਰ ਸਕਦਾ, ਸਭ ਕੁਝ ਮੇਰੀ ਪਿਆਰ ਦੀ ਬੜੀ ਇੱਕ ਸੁਪਰਫਿਸ਼ੀਅਲ ਅੰਡਰਸਟੈਂਡਿੰਗ ਹੈ ਅਤੇ ਉਸੇ ਸਕੂਲ ਨੂੰ ਮੈਂ ਪਰਣਾਇਆ ਹੈ। ਹੁਣ ਇਹ ਜਿਸ ਵਿਚਾਰਧਾਰਾ ਨੇ, ਜਿਨ੍ਹਾਂ ਲਫ਼ਜ਼ਾਂ ਅਲਫਾਜ਼ਾਂ ਸਿੱਖਿਆਵਾਂ ਜਾਚਾਂ ਨੇ ਮੈਨੂੰ ਇਹ ਚੀਜ਼ ਦਿੱਤੀ ਹੈ, ਉਹ ਮੇਰੇ ਵਾਸਤੇ ਜਿੰਨੀ ਮਰਜ਼ੀ ਕਾਰਗਰ ਹੋਏ, ਪਰ ਹਕੀਕਤ ਕੀ ਹੈ ਉਹ ਯੂਨੀਵਰਸਲ ਨਹੀਂ, ਉਹ ਸੱਚੀ ਨਹੀਂ। ਉਸ ਨੂੰ ਤੁਸੀਂ ਕਿਸੇ ਤਰੀਕੇ ਦੇ ਨਾਲ ਵੀ ਇਹ ਨਹੀਂ ਕਹਿ ਸਕਦੇ ਕਿ ਦੈਟ ਮੈਸੇਜ ਇਜ਼ ਕਾਈਂਡ ਆਫ ਯੂਨੀਵਰਸਲ ਔਰ ਦਿਸ ਕੈਨ ਕ੍ਰੀਏਟ ਰੀਅਲ ਹਾਰਮੋਨੀ ਫॉर ਹਿਊਮਨ ਬੀਇੰਗ। ਸੱਚੀ ਬਾਣੀ ਉਹੀ ਹੈ ਜਿਹੜੀ ਬੰਦੇ ਨੂੰ ਇੱਕ ਨੈਕਸਟ ਲੈਵਲ 'ਤੇ ਲੈ ਆਵੇ। ਜੇ ਆਪਾਂ ਇਸ ਤਰੀਕੇ ਨਾਲ ਦੇਖੀਏ ਨਾ, ਤੇ ਫਿਰ ਪਸ਼ੂ ਤੇ ਬੰਦੇ 'ਚ ਫਰਕ ਨਹੀਂ ਰਹਿ ਜਾਏਗਾ। ਜੇ ਆਪਾਂ ਜੋ ਇਸੇ ਲੜੀ 'ਚ ਪਿੱਛੇ ਬਾਤ ਪਾ ਰਹੇ ਸੀ ਇੱਕ ਦਿਨ, ਕਿਉਂਕਿ ਜੇ ਬਹੁਤ ਨੈਰੋ ਲੈਵਲ 'ਤੇ ਪਸ਼ੂ ਨੂੰ ਤੁਸੀਂ ਦੇਖਦੇ ਹੋ ਨਾ ਕਿ ਆਪਣੇ 1-2 ਬੱਚਿਆਂ ਨੂੰ ਪਾਲਣ ਵਾਸਤੇ ਜਾਂ ਉਹ ਆਲੇ ਦੁਆਲੇ ਤੋਂ ਸਾਰੇ ਕਾਸੇ ਤੋਂ ਲੜਨ ਲਈ ਵੀ, ਮਾਰਨ ਲਈ ਵੀ, ਉਹ ਸਭ ਲਈ ਤਿਆਰ ਆ ਉਸ ਰੂਪ ਵਿੱਚ। ਪਰ ਮਨੁੱਖ ਵਿੱਚ ਕੀ ਫਰਕ ਹੈ? ਮਨੁੱਖ ਪਰਿਵਾਰ ਪਾਲਦਾ, ਕੁਟੁੰਬ ਪਾਲਦਾ ਆ, ਪਰ ਉਸ ਕੁਟੁੰਬ ਦੀ ਪ੍ਰਤੀਪਾਲਣਾ ਦੇ ਵਿੱਚ ਆਲੇ ਦੁਆਲੇ ਨੂੰ ਆਬਾਦ ਕਰਦਾ, ਬਰਬਾਦ ਨਹੀਂ ਕਰਦਾ। ਇਹੀ ਮਨੁੱਖ ਦਾ ਜਿਹੜਾ ਹੈਗਾ ਇਹ ਫਰਕ ਆ। ਜਿੱਥੇ ਬੰਦਾ, ਜਿਹਨੂੰ ਗੁਰੂ ਸਾਹਿਬ ਨੇ ਬਾਣੀ 'ਚ ਵੀ ਕਿਹਾ, ਬਾਹੋ ਪ੍ਰਪੰਚ ਕਰ ਪਰਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ। ਇਹ ਕਪਟੀ ਬਿਰਤੀ ਹੈ। ਜਿਹੜੀ ਕਪਟੀ ਬਿਰਤੀ ਹੈ ਇਹ ਮਨੁੱਖ ਨੂੰ ਸੋਭਦੀ ਨਹੀਂ। ਤੇ ਜੇ ਬੰਦਾ ਕਰ ਵੀ ਲਏਗਾ ਲੰਬਾ ਸਮਾਂ, ਇਹਦਾ ਕੋਈ ਜਿਹਨੂੰ ਕਿਹਾ ਜਾਏ ਕਿ ਹਾਈ ਲੈਵਲ ਦਾ ਬੈਨੀਫਿਟ ਆ। ਇਸ ਲਈ ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ, ਇਹ ਕੁਟੁੰਬ ਤੁਝੇ ਦੇਖਦਾ ਚੱਲੈ ਨਾ ਹੀ ਤੇਰੇ ਨਾਲ, ਸਾਥ ਤੇਰਾ ਚੱਲੈ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਮੂਲੋਂ ਹੀ ਨਾ ਕਰੀਏ ਕੰਮ। ਇਹਨਾਂ ਦੇ ਪਿੱਛੇ ਲੱਗ ਕੇ ਜਿਸ ਪਰਿਵਾਰ ਨੂੰ 2-4 ਜੀਆਂ ਨੂੰ ਤੂੰ ਕਰਨ ਵਾਸਤੇ ਟਰਾਈ ਕਰ ਰਿਹਾ, ਹਾਂ ਪਾਲ ਸੰਭਾਲਣਾ ਤੂੰ ਹੀ ਸੰਭਾਲਣਾ, ਹੋਰ ਕੌਣ ਸੰਭਾਲੇਗਾ? ਤੈਨੂੰ ਕਿਸੇ ਨੇ ਸੰਭਾਲਿਆਗਾ, ਤੂੰ ਕਿਸੇ ਨੂੰ ਸੰਭਾਲ ਰਿਹਾ, ਡਿਊਟੀ ਆਪੋ ਆਪਣੀ ਵਜਾ ਰਹੇ। ਪਰ ਇਸ ਸਾਰੇ ਦੇ ਅੰਦਰ ਜਿਹੜੀ ਸਨੇਹ ਤੇ ਪਰਿਭਾਸ਼ਾ ਆ ਉਹ ਮੋਹ ਤੋਂ ਉੱਪਰ ਹੋ ਜਾਣੀ ਚਾਹੀਦੀ ਹੈ। ਇਸ ਕਰਕੇ ਗੁਰਮਤਿ 'ਚ ਰਾਗ ਤੋਂ ਨੈਕਸਟ ਲੈਵਲ ਬੈਰਾਗ ਹੈ, ਜਿੱਥੇ ਬੰਦਾ ਆਪਣੇ ਤੋਂ ਉੱਪਰ ਉੱਠ ਕੇ ਦੇਖਦਾ ਆ, ਜਿਹਨਾਂ ਨੂੰ ਆਪਣੇ ਮੰਨਿਆ ਆਪਣਿਆਂ ਤੋਂ ਉੱਪਰ ਉੱਠ ਕੇ ਦੇਖਦਾ ਆ। ਜੇ ਅੱਜ ਵੀ ਤੁਸੀਂ ਦੇਖੋ ਆਪ
ਜੋ ਕਿਸਾਨ ਐਜੀਟੇਸ਼ਨ ਚੱਲ ਰਿਹਾ, ਸਭ ਚੀਜ਼ਾਂ ਉਹਦੇ 'ਚ ਲੰਗਰਾਂ ਦੇ ਬਾਬਤ ਸੁਣ ਰਹੇ ਹੋ, ਉਹਦੇ ਬਾਅਦ ਸੇਵਾ 'ਚ ਸੁਣ ਰਹੇ ਹੋ, ਅਤੇ ਹਰ ਤਰ੍ਹਾਂ ਦੀ ਸੇਵਾ, ਸਾਂਭ ਸੰਭਾਲ ਦੀ, ਸਫਾਈ ਦੀ, ਕੱਪੜੇ ਧੋਣ ਦੀ, ਹੋਰ ਸਭ ਚੀਜ਼ਾਂ ਦੇ ਉਸ ਰੂਪ ਦੇ ਵਿੱਚ। ਅਤੇ ਇਹ ਕੀ ਹੈ? ਇਹ ਅਸਲ ਰੂਪ ਵਿੱਚ ਕਿਹਾ ਜਾਏ ਤੇ ਮਨੁੱਖਤਾ ਦੀ ਸੇਵਾ ਆ। ਜੇ ਇਸ ਨੂੰ ਬਹੁਤ ਓਨੈਸਟ ਲੈਵਲ 'ਤੇ ਦੇਖੀਏ ਨਾ, ਤੇ ਜਿਹਦੇ ਅਸੀਂ ਖਾਬ ਦੇਖਦੇ ਹਾਂ, ਲੋਕ ਸਾਂਝ, ਲੋਕ ਅਹਿਸਾਸਾਂ ਦਾ ਜੁੜਾ ਜਿਹੜਾ ਆ, ਇਹ ਸ਼ਬਦ ਪੜ੍ਹਦੇ ਹਾਂ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਇੱਕ ਪਿਤਾ ਆ ਸਾਰਿਆਂ ਦਾ, ਉਹਦੇ ਬਾਲਕ ਆ ਅਸੀਂ ਸਾਰੇ, ਇੱਕ ਪਰਿਵਾਰ, ਇੱਕ ਵੱਡੇ ਟੱਬਰ ਦੇ ਤੌਰ 'ਤੇ ਇੱਕ ਦੂਜੇ ਦੇ ਦੁੱਖ ਨੂੰ ਦੁੱਖ ਸਮਝਣਾ, ਇੱਕ ਦੂਜੇ ਦੇ ਦੁੱਖ ਸੁੱਖ ਦੀ ਸ਼ਿਰਕਤ ਹੋਣੀ, ਅਹਿਸਾਸ ਹੋਣਾ, ਜਿਹੜੀ ਇਹ ਪੀਪਲ ਟੂ ਪੀਪਲ ਇੱਕ ਜਿਹੜੀ ਇੱਕ ਤਰ੍ਹਾਂ ਦੀ ਕਿਹਾ ਜਾਏ ਕਿ ਫੀਲਿੰਗ ਆ, ਇਹਦੇ ਤੋਂ ਬੰਦਾ ਜਦੋਂ ਮਹਿਰੂਮ ਆ, ਫਿਰ ਉਹਦੇ 'ਚ ਫੀਲਿੰਗਸ ਤੇ ਹੁੰਦੀਆਂ ਨੇ, ਪਰ ਬਹੁਤ ਛੋਟੇ ਲੈਵਲ ਦੀਆਂ, ਜਿਵੇਂ ਪਸ਼ੂ ਬਿਰਤੀ 'ਚ ਹੁੰਦੀਆਂ, ਅਤੇ ਫਿਰ ਲੰਬੀਆਂ ਵੀ ਨਹੀਂ ਚੱਲਦੀਆਂ। ਤੁਸੀਂ ਦੇਖਿਆ ਹੋਏਗਾ ਪਸ਼ੂਆਂ ਦੀ ਦੁਨੀਆ ਦੇ ਵਿੱਚ, ਥੋੜ੍ਹੇ ਸਮੇਂ ਲਈ ਉਹੀ ਪਸ਼ੂ ਨੂੰ ਪਾਲਦਾ, ਥੋੜ੍ਹਾ ਵੱਡਾ ਹੁੰਦਾ, ਉਹਦੇ ਨਾਲ ਬਿਲਕੁਲ ਸ਼ਰੀਕ ਬਰਾਬਰ ਇੱਥੇ ਲੜਦਾ, ਉਹਦੇ ਨਾਲ ਫੂਡ ਵਾਸਤੇ ਵੀ, ਜਿਹੜਾ ਆ ਈਵਨ ਆਪਣੀ ਹੋਂਦ ਵਾਸਤੇ ਵੀ, ਇਸ ਤਰੀਕੇ ਦੇ ਨਾਲ। ਜੇ ਮਨੁੱਖਾਂ ਦੀ ਦੁਨੀਆ ਦੇ ਵਿੱਚ ਇਹੀ ਚੀਜ਼ ਰਹੇਗੀ ਇਸ ਤਰੀਕੇ ਦੇ ਨਾਲ, ਤੇ ਫਿਰ ਭਾਈ ਜਿਹੜੇ ਉਹ ਬਚਨ, ਬੋਲ, ਉਪਦੇਸ਼, ਖਿਆਲ, ਇਹ ਚੀਜ਼ਾਂ ਜਿਹੜੀਆਂ ਮਿਲ ਰਹੀਆਂ ਨੇ, ਧਿਆਨ ਦੇ ਕੇ ਸੋਰਸ ਤੇ ਨਹੀਂ ਝੂਠਾ ਕਿਤੇ, ਕਿਉਂਕਿ ਤੂੰ ਤੇ ਸੋਰਸ ਨੂੰ ਬੜਾ ਵੱਡਾ ਮੰਨਣਾ ਆ। ਜੇ ਇਹਨੂੰ ਮਾਫੀ ਚਾਹਾਂਗਾ, ਜੇ ਅੱਜ ਦੀ ਤਾਰੀਖ ਵਿੱਚ ਦੇਖਿਆ ਜਾਏ, ਤੇ ਜਿਹੜਾ ਖਾਸ ਕਰਕੇ ਸਾਡੇ ਇਨਫੋਰਮੇਸ਼ਨ ਜਿਹੜੀ, ਕਿਉਂਕਿ ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਇਹਦਾ ਰੈਵੋਲੂਸ਼ਨ, IT ਰੈਵੋਲੂਸ਼ਨ ਜਿਹੜੀ ਹੈ, ਬੜਾ ਵੱਡਾ ਕਿਹਾ ਗਿਆ ਕਿ ਇਨੋਵੇਟਿਵ ਦੁਨੀਆ 'ਚ ਬੜੀ ਵੱਡੀ ਚੀਜ਼ ਸੀ, ਇਹ ਬੜਾ ਵੱਡਾ ਰੈਵੋਲੂਸ਼ਨ ਸੀਗਾ। ਅਤੇ ਇਹਦੇ 'ਚ ਲੋਕਾਂ ਨੇ ਰੱਬ ਮੰਨ ਲਿਆ ਇਹਨਾਂ ਮੀਡੀਆ ਅਦਾਰਿਆਂ ਨੂੰ, ਇਹਨਾਂ ਨੂੰ ਲੋਕੀ ਜਿਹੜਾ ਆ ਨਿਊਜ਼ ਐਂਕਰਸ ਨੂੰ ਲੈ ਲਓ, ਨਿਊਜ਼ ਸਿਸਟਮ ਨੂੰ ਲੈ ਲਓ, ਬਿਲਕੁਲ ਬੰਦਾ ਕਹਿੰਦਾ ਫਲਾਂ ਅਦਾਰਾ ਦੇ ਰਿਹਾ, ਪਰਫੈਕਟ, ਇਹ 'ਤੇ ਬਿਲੀਵ ਕਰੋ। ਇਹ ਜਿਹੜੀ ਚੀਜ਼ ਆ, ਇਹ ਬਿਲਕੁਲ ਇਹਨੂੰ ਜਿਹੜਾ ਆ ਚੈਲੰਜ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਮੁੜ ਕੇ ਬਾਅਦ 'ਚ ਗੱਲਾਂ ਲੋਕਾਂ ਨੂੰ ਹੌਲੀ ਹੌਲੀ ਅੱਜ ਤੇ ਦੁਨੀਆ 'ਚ ਸਮਝ ਆ ਰਹੀਆਂ ਨੇ ਕਿ ਹਰ ਚੀਜ਼ ਨੂੰ ਪ੍ਰੈਜ਼ੈਂਟ ਕਰਨ ਦਾ ਵੀ ਆਪਣਾ ਢੰਗ ਆ, ਆਪਣਾ ਤਰੀਕਾ ਆ, ਆਪਣੀ ਤਰਤੀਬ ਆ। ਉਹਦੇ ਪਿੱਛੇ ਸਹੀ ਲੈਵਲ 'ਤੇ ਦੇਖੋ ਸੋਚ ਕੀ ਚੱਲਦੀ ਹੈ, ਕੱਚ ਹੈ ਕਿ ਸੱਚ ਹੈ। ਮੈਂ ਕਿਹਾ ਜੇ ਸੱਚ ਆ, ਫਿਰ ਕਿਸੇ ਤਰੀਕੇ ਨਾਲ ਵੀ ਬੰਦਾ ਕਹਿ ਰਿਹਾ ਆ, ਕੋਈ ਬੀਤੇ ਕੱਲ ਬਾਤ ਹੋ ਰਹੀ ਸੀ, ਕਵਿਤਾ ਕਹਿ ਕੇ ਕਹਿ ਰਿਹਾ ਆ, ਕੋਈ ਕਿਸੇ ਖਾਸ ਕਿਸਮ ਦੀ ਧਾਰਨਾ ਵਿੱਚ ਬਿਆਨ ਕਰ ਰਿਹਾ, ਚੀਜ਼ਾਂ 'ਚ ਬਿਆਨ ਕਰ ਰਿਹਾ, ਭਾਈ ਮਾਨਵਤਾ ਦਾ ਭਲਾ ਹੋ ਰਿਹਾ। ਪਰ ਜੇ ਬੰਦਾ ਬਹੁਤ ਗੂੜ ਰੂਪ ਦੇ ਵਿੱਚ ਵੀ, ਜਿਹਨੂੰ ਗੁਰੂ ਸਾਹਿਬ ਨੇ ਬਾਣੀ 'ਚ ਇਸ ਤਰ੍ਹਾਂ ਵੀ ਬਿਆਨ ਕੀਤਾ ਸੀਗਾ ਕਿ ਉਹ ਪੰਧ ਹੇਤੂ ਕਰ ਕੀ ਰਿਹਾ ਹੈ, ਅਸੀਂ ਸ਼ਬਦ ਪੜ੍ਹਦੇ ਹੈਗੇ ਹਾਂ ਕਿ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਕਪਾਟੰ, ਉਹਦੀ ਬਾਤ ਹੋਈ। ਉਸ ਕਿਹਾ ਮੁਖ ਝੂਠ ਪਿਭੂਖਣ ਸਾਰੰਗ, ਤੂੰ ਝੂਠ ਬੋਲਦਾ ਹੈ ਪਰ ਐਸੇ ਸ਼ਿੰਗਾਰ, ਕੈਸੇ ਉਸ ਨੂੰ ਜਿਹੜਾ ਇਤਨਾ ਸ਼ਿੰਗਾਰ ਲਾ ਦੇਣਾ ਹੈ ਵੀ ਝੂਠ ਤੇ ਫੜੇ ਹੀ ਨਹੀਂ ਜਾਂਦਾ। ਇਤਨਾ ਪ੍ਰਚੰਡ ਵਿਦਵਤਾ ਦੇ ਨਾਲ ਸਜਾਇਆ ਹੋਇਆ, ਬਹੁਤ ਕੁਝ ਕੀਤਾ ਹੋਇਆ। ਸੌਰੀ ਟੂ ਸੇ, ਡੇਰਾ ਪ੍ਰਸਤਗੀ ਦੇ ਵਿੱਚ ਮਨੁੱਖ ਤੇ ਵੈਸੇ ਮਨੁੱਖ ਪ੍ਰਸਤ ਹੋਣਾ ਚਾਹੀਦਾ ਹੈ। ਜਿਹੜੀ ਸਾਡੀ ਪੰਥ ਪ੍ਰਸਤਗੀ ਹੈ, ਮਨੁੱਖ ਪ੍ਰਸਤਗੀ ਹੈ। ਮਨੁੱਖਾਂ ਦੇ ਵੱਡੇ ਸਮੂਹ ਨੂੰ ਸਮਰਪਿਤ ਹੋ ਕੇ ਉਹਨਾਂ ਦੇ ਇੰਟਰਸਟ ਲਈ ਆਪਣੇ ਇੰਟਰਸਟ ਨੂੰ ਪਿੱਛੇ ਪਾ ਦੇਣਾ। ਈਵਨ ਜੇ ਕਿਤੇ ਲੋੜ ਪਏ ਤੇ ਆਪਣੇ ਆਪੇ ਨੂੰ ਤੇ ਆਪਣੇ ਇੰਟਰਸਟ ਨੂੰ ਵੀ ਕੁਰਬਾਨ ਕਰ ਦੇਣਾ ਉਹਦੇ ਤੋਂ। ਇਹ ਜਿਹੜੀ ਚੀਜ਼ ਹੈ, ਇਹ ਗੁਰਮਤ ਨੇ ਸਿਖਾਈ ਨਾ। ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਬਿਲਕੁਲ ਦਹਿਲੀਜ਼ ਤੇ ਬੈਠੇ ਉਹਨਾਂ ਦਿਨਾਂ ਦੀ, ਤੇ ਇਹੀ ਹੈ ਬਗਾਨਿਆਂ ਦੇ ਪੁੱਤ ਗੱਦੀਆਂ ਤੇ ਬੈਠਣ, ਬਗਾਨਿਆਂ ਦੇ ਪੁੱਤ ਅੱਗੇ ਵਧਣ, ਆਪਣੇ ਪੁੱਤਾਂ ਨੂੰ ਸ਼ਹੀਦ ਕਰਾ ਰਿਹਾ। ਇਹੀ ਪੰਥ ਪ੍ਰਸਤਗੀ ਹੈ ਨਾ, ਇਹੀ ਲੋਕ ਪ੍ਰਸਤਗੀ ਹੈ। ਸੋ ਇਹ ਇਸ ਰੂਪ ਵਿੱਚ ਜਿਹੜੀ ਚੀਜ਼ ਆ, ਇਸ ਨੂੰ ਕਿਹਾ ਗਿਆ ਕਿ ਇਸ ਨੂੰ ਅਪਣਾਉਣਾ ਆ। ਪਰ ਜੇ ਅਸੀਂ ਦੇਖੀਏ ਇੱਕ ਐਸਾ ਡੇਰਾਵਾਦ ਤੇ ਸਭ ਚੀਜ਼ਾਂ ਜਿਹਦੇ 'ਚ ਨਿੱਜ ਪ੍ਰਸਤਗੀ ਆਈ, ਆਪਣੇ ਆਪ ਨੂੰ ਆਪਣੀਆਂ ਕੁਝ ਸੁੱਖ ਸੁਵਿਧਾਵਾਂ ਲਈ ਆਪਣੇ ਕੋਈ ਇੱਕ, ਜੇ ਮੈਨੂੰ
माफ़ी मंगते हुए कह रहे हैं, जे इस तरह भी कह लवां कि एक अपनी सल्तनत खड़ी करने वास्ते, क्योंकि सरमाया वैल्थ जी अपने आप में बड़ी वड्डी सल्तनत है। सो उसनूं नो डाउट इट्स इल्यूजन, ये माया तो वध कुछ नहीं हैगा। ये बंदे नूं लगदा कि पता नहीं की बला आया, तो अल्टीमेटली ये जिन्हों गुरु साहब ने कहा सीगा ना कि तू आले दुआले की बात करदा आ, रे नर काहे पपोरो देही उड़ जाएगो धूम बादरो। धूम बादरो हुंदा है, एक तो हुंदा बदल जिहड़ा रियल बदल होए, उन्होंने तो फिर भी हवा थोड़ा समा लगती, उड़ान लग्या टाइम लगता। एक धुएं का ही बदल होंदा है, बंदे नूं लगदा बड़ा वड्डा बदल है भाई काले रंग का, इस तरीके तो बदल नहीं होंदा, असल में सिर्फ धुएं का ही बदल है। माड़ी जी हवा चली नहीं तो वही पाया खत्म हो जाए, उड़ जाएगो धूम बादरो फिर पाछे पछतोई, फिर सवाए पछताव्या तो होर कुछ भी नहीं। बाणी तो ऐसी होए ना, बचन तो ऐसे होण, इहो जे बोल होण, पर होया ये इन्हां बोलां नूं ही सुणाउंदा होया बंदा, इन्हां बोलां नूं ही पढ़दा होया बंदा कई वार अपनी होंद नूं उसनूं ही सिर्फ सपोर्ट ते प्रमोट करने के चक्कर दे विच एक वड्डे जिहड़ा आ मुहाज दा नुकसान कर दिंदा। तो उस नुकसान नूं उहदी भरपाई कई बार वरियां दे वरे लग जाते, सदियां दियां सदियां लग जांदियां इस रूप में देखा जाए। सो ये जो डेरा प्रस्तगी ते सब चीज़ां जिहड़ियां होईयां कच सीगा, क्योंकि पिछे जिहड़ी इंटेंशन आ वो विचारां दी, वो मुख झूठ पे भूखण सारा है तो झूठ सीगा, गहने बड़े पवाए गए, गहने पवा पवा के वो सब चीज़ां लियांदियां गईयां। गुरु बाबा जी ने कहा सच उन्होंने ही अपनाउणा आ, सच दी बाणी नूं ही अपनाउणा, सच दे बोलां नूं ही अपनाउणा। इत्थे बचन आ रहा हैगा आ गुरु अमरदास साहब, सच्ची बाणी सच्चे गुण गावै। उस बाणी उस विचार बोल उन्हां लफ्ज़ां दे नाल सच्चे गुण जिहड़े असल गुणगान करना आ, वड्याउणा उन्होंने ही चाहिदा है जो वड्याउण योग है, जो शोभनीक है। सही नूं सही ते गलत नूं गलत करन दी जिहड़ी बंदे च जाच अपने लिए ते दूजियां लिए, ये जिन्नी परिपक्व हुंदी जाएगी आले दुआले तो कच चुगिया जाएगा। क्योंकि जो कूड़ नूं कोई सराउंदा नहीं, कोई सलाउंदा नहीं, कोई अपनाउंदा नहीं, कोई उन्होंने किसी लैवल ते एडमायर ही नहीं करता, कोई उस लैवल ते उन्होंने कोई जी आया नहीं कहिंदा, कूड़ किवें रहेगा। हाँ बंदा किसी लालच स्वार्थ डर किसी चीज़ दे नाल कूड़ दी सरौता करन लग जाए। वैसे तो गुरमत दा स्कूल बड़ा क्लीयर है, भी दुनिया ना साला है जो मरवंजसी, जिन्हें मरी मुक जाना उहदी सलौता भी की करनी। सो दुनियादारी की सिफत सलाह के चक्कर च ना पाया, किसी ने भी ना पाया। दुनिया ना साला है जो मरवंजसी, लोका ना साला है जो मर खाक थी, उन्होंने भी सलौता की करनी जिन्होंने मर के खाक हो जाना। सलौता तो वही चाहिए है जिहड़ा गुण आ, तो गुण किसी विच भी होए। आपां जे जिवें समय ने अलाउ किया उनके दिनों के जफरनामा पढ़ते हैं, तो जफरनामे दे विच गुरु साहब औरंगजेब नूं गल करते, तो औरंगजेब नूं गुरु साहब की बयान करते, जुदा खास करके कोई भी चीज़ कहते ने काला कम काली जड़ी करनी ये शैतान का काम है। सियाणा बंदा जिहड़ा आ वो हमेशा पेशेंस तो बड़ा धीरज तो काम लैंदा आ। तो ये संसार दियां जिहड़ियां बनतरां ने, खास करके जिहड़ी नीति हुंदी है, जिहड़ी जिहदे नाल रियासत सियासत ते सब चीज़ां चलदियां ने, नीति निर्धारण उहदा ते इंपैक्ट दूर तक वेखना पैंदा, दा प्रभाव की पेगा। कोई नीति बना दी, कोई कानून बना दिता, कोई चीज़ बन गई जिहदे नाल लोकां ते उहदे फिर उस डिसिपलिन दे विच अगे जाके चीज़ां नूं फिर लोकी पिसणगे उहदे विच। सो लोग तो जिन्हां दे कोल क्षमता ताकत किते उन्होंने मिली है कुदरती तौर पर, या लोगों ने इनू एक्सैप्ट किया भाई जिन्होंने को यहो जिहे रिसोर्सिज ने भाई उन्होंने तो बड़ा 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 चिंतन करके बहुत सोच समझ के चीज़ों लिया चाहिए। तो गुरु साहब उस बयान करते कि औरंगजेब तो इन्नी काली की घट तो घट फिरदौसी नूं ही पढ़ लेंदा, सानू होर नहीं सी किसी नूं पढ़ना। तो मतलब उहदे घर दी ही चीज़ नूं कोड किया, काहदे लई कीता, क्योंकि उहदे च गुण आ। वो ये कहंदा आ कि भाई जिहड़ी आ चीज़ आ कि जदों बंदा कोई फैसला लैंदा आ उन्होंने एटलीस्ट धीरज लेना चाहिए, उन्होंने पेशेंस दे नाल, उन्होंने जिन्हों कहते थिंक ट्वाइस, उन्होंने रीथिंक करना चाहिए हैगा।
ਸੋ ਇਹ ਇੰਨੀ ਕਾਹਲੀ ਤੇ ਸਭ ਕੀਤਾ, ਘੱਟ ਤੋਂ ਘੱਟ ਇੱਕ ਵਾਰੀ ਸੋਚਦਾ ਤੇ ਸਹੀ ਤੂੰ ਫੈਸਲਾ ਕੀ ਲੈ ਰਿਹਾ ਹੈਗਾ, ਤੂੰ ਕਿਸ ਪਾਸੇ ਕਿਹੜਾ ਪੈਂਤੜਾ ਲੈਣ ਲੱਗਾ ਆ। ਸੋ ਗੁਣ ਦੀ ਸਰਾਹਣਾ ਆ, ਗੁਣ ਕਿਸੇ ਕੋਲ ਵੀ ਹੋਏ। ਗੁਰੂ ਗ੍ਰੰਥ ਸਾਹਿਬ ਅਸੀਂ ਪੜ੍ਹਦੇ ਹਾਂ, ਮੈਂ ਤਾਂ ਕਹਿੰਦਾ ਉਸ ਸਮੁੱਚੇ ਸਾਊਥ ਏਸ਼ੀਅਨ ਖਿੱਤੇ ਦੀ ਜੇ ਐਜ਼ ਏ ਐਂਥਰੋਪੋਲੋਜਿਸਟ ਤੁਸੀਂ ਬਾਤ ਕਰੋ ਤੇ ਜਿੰਨੀ ਉੱਥੇ ਸਿਵਲਾਈਜੇਸ਼ਨ ਜਿਸ ਤਰੀਕੇ ਨਾਲ ਵੀ ਫੋਲਡ ਹੋਈ ਹੈ, ਜਿਸ ਤਰੀਕੇ ਦੇ ਨਾਲ ਵੀ ਉਹਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਆ, ਉਸ ਸਾਰੇ ਦੀ ਰੀਅਲ ਅੰਡਰਸਟੈਂਡਿੰਗ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਹੋਏਗੀ। ਕਿਉਂਕਿ ਇਹਦੇ ਵਿੱਚ ਹੀ ਜੇ ਪ੍ਰਹਿਲਾਦ ਨੂੰ ਸਮਝਣਾ ਆ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੇ ਬਿਨਾਂ ਕਿਵੇਂ ਸਮਝੋਗੇ? ਪ੍ਰਹਿਲਾਦ ਸਾਡੇ ਵਾਸਤੇ ਕਰੈਕਟਰ ਨਹੀਂ ਇੱਕ ਹਲ ਹੈ, ਤੇ ਮਿਥੋਲੋਜੀ ਦਾ ਕਰੈਕਟਰ ਹੈ ਨਾ, ਮਨੁੱਖੀ ਮਨਾਂ ਦੇ ਮਿਥੇ ਹੋਏ ਉਹ ਸਾਰੇ ਪਸਾਰ ਵਿੱਚੋਂ ਇੱਕ ਰੂਪ ਆਉਂਦਾ ਆ। ਪਰ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਉਹਦੇ ਗੁਣ ਦੀ ਗੱਲ ਕੀਤੀ, ਇਹਦੇ 'ਚ ਗੁਣ ਦੀ ਗੱਲ ਆ। ਬਾਣੀ ਉਹ ਜਿਹੜੀ ਗੁਣਾਂ ਦੀ ਸੋਭਾ ਕਰੇ। ਇਹਨੂੰ ਮੈਂ ਹੋਰ ਇੱਕ ਮਿਸਾਲ ਦੇ ਕੇ ਬਾਤ ਕਰਨੀ ਚਾਹਾਂਗਾ, ਜੇ ਬਾਤ ਪਕੜ ਜਾਵੇ ਤੇ। ਆਪਨੇ ਕਦੀ ਕਿਰਪਾਲ ਸਿੰਘ ਚੰਡੀਗੜ੍ਹ ਵਾਲਿਆਂ ਦੀਆਂ ਬਣਾਈਆਂ ਹੋਈਆਂ ਸਿੱਖ ਇਤਿਹਾਸ ਦੀਆਂ ਪੇਂਟਿੰਗਸ ਦੇਖੀਆਂ ਹੋਣ ਤੇ ਜੇ ਨਹੀਂ ਤਾਂ ਅੱਜ ਕੱਲ੍ਹ ਤੇ ਗੂਗਲ 'ਤੇ ਅਵੇਲੇਬਲ ਹੈ ਸਾਰਾ ਕੁਛ, ਗੂਗਲ ਕਰਕੇ ਦੇਖਿਓ ਮਿਲ ਜਾਣਗੀਆਂ। ਹੋਰ ਵੀ ਬਹੁਤ ਸਾਰੇ ਆਰਟਿਸਟ ਹੈਗੇ ਨੇ ਜਿਨ੍ਹਾਂ ਨੇ ਡਿਫਰੈਂਟ ਵੇ ਦੇ ਨਾਲ ਸਿੱਖ ਇਤਿਹਾਸ ਨੂੰ ਕੁਝ ਆਪਣੀ ਆਰਟ ਟ੍ਰਿਬਿਊਟ ਕਰਨ ਦੀ ਟਰਾਈ ਕੀਤੀ ਹੈ। ਅਸੀਂ ਸਾਰਿਆਂ ਨੂੰ ਐਪਰੀਸ਼ੀਏਟ ਕਰਦੇ ਹਾਂ। ਸਿਰਫ ਇਤਨੀ ਕੁ ਚੀਜ਼ ਚੇਤੇ ਰੱਖਣੀ, ਜਿਹੜੀਆਂ ਸਾਰੀਆਂ ਤਸਵੀਰਾਂ ਨੇ ਸਭ ਤਰ੍ਹਾਂ ਦੀਆਂ, ਇਹ ਸਿਰਫ ਕਾਲਪਨਿਕ ਨੇ। ਸਟੈਚੂ ਵਰਸ਼ਿਪਿਜ਼ਮ ਜਿਹੜਾ ਆ ਸਿੱਖੀ 'ਚ ਇਹਦੀ ਪ੍ਰੋਹਿਬਿਸ਼ਨ ਹੈ ਟੋਟਲੀ। ਇਹ ਮਨਮਤ ਹੈ। ਉਹ ਭਾਵੇਂ ਸਟੈਚੂ ਸੰਗਮਰਮਰ ਦਾ ਹੋਏ, ਸੋਨੇ ਚਾਂਦੀ ਦਾ ਹੋਏ, ਜਾਂ ਮਿੱਟੀ ਲੱਕੜ ਕਿਸੇ ਧਾਤ ਦਾ ਹੋਏ, ਜਾਂ ਕਾਗਜ਼ 'ਤੇ ਬਣਿਆ ਹੋਇਆ ਕੈਲੰਡਰ ਹੋਏ, ਫੋਟੋ ਹੋਏ, ਕਿਸੇ ਤਰ੍ਹਾਂ ਦਾ ਵੀ ਹੈ। ਸਟੈਚੂ ਵਰਸ਼ਿਪਿਜ਼ਮ ਇਟਸ ਅਨਐਕਸੈਪਟੇਬਲ ਇਸ ਤਰੀਕੇ ਨਾਲ। ਹਾਂ, ਉਹਦੇ ਵਿੱਚੋਂ ਤੁਸੀਂ ਕੁਝ ਚੀਜ਼ਾਂ ਹਿਸਟੋਰੀਕਲੀ ਦੇਖਦੇ ਹੋ, ਕੁਝ ਚੀਜ਼ਾਂ ਉਹਦੇ 'ਚੋਂ ਹੋਰ ਚੀਜ਼ਾਂ ਲੱਭਦੇ ਹੋ, ਵਿਜ਼ੂਅਲ ਕਰਦੇ ਹੋ ਸਮੇਂ ਨੂੰ ਚੀਜ਼ਾਂ, ਦੈਟਸ ਅ ਡਿਫਰੈਂਟ ਸਟੋਰੀ। ਦੈਟਸ ਇਟ ਐਕਚੁਅਲੀ। ਇਹ ਐਜੂਕੇਸ਼ਨਲ ਟੂਲ ਆ, ਉਹਨੂੰ ਇਸ ਤਰੀਕੇ ਨਾਲ ਯੂਜ਼ ਕੀਤਾ ਜਾ ਸਕਦਾ। ਖੈਰ, ਤੁਸੀਂ ਜੇ ਕਿਰਪਾਲ ਸਿੰਘ ਚੰਡੀਗੜ੍ਹ ਵਾਲਿਆਂ ਦੀ ਬਣਾਈਆਂ ਹੋਈਆਂ ਤੁਸੀਂ ਉਹਨਾਂ ਦੇ ਦੇਖੋਗੇ, ਜਿਹੜੀ ਪੇਂਟਿੰਗਸ ਨੇ, ਪੋਰਟਰੇਟਸ ਨੇ, ਉਹ ਤੇ ਉਹਨਾਂ ਤੁਸੀਂ ਦੇਖੋਗੇ ਬਹੁਤ ਸੋਹਣੇ ਲੱਗਦੇ ਨੇ। ਬੜੇ ਉਮਦਾ ਤਰੀਕੇ ਨਾਲ ਉਠਾ ਹੁੰਦਾ ਉਹਦੇ 'ਚੋਂ ਇਤਿਹਾਸ ਦਾ। ਜੇ ਮੈਂ ਦੋ ਚਾਰ ਕਹਾਂ, ਜਿਵੇਂ ਮੱਸੇ ਰੰਗੜ ਦਾ ਸਿਰ ਵੱਢ ਕੇ ਜੋ ਸਰਦਾਰ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਉਹ ਬੁੱਢਾ ਜੋੜ ਪਹੁੰਚ ਰਹੇ ਨੇ, ਜਦੋਂ ਬੁੱਢਾ ਜੋੜ ਪਹੁੰਚ ਰਹੇ ਨੇ ਤੁਸੀਂ ਉਹਦੇ 'ਚ ਦੇਖੋ, ਮਤਲਬ ਇੱਕ ਪੌੜ ਘੋੜੇ ਦਾ ਉੱਠਿਆ ਆ, ਸੇਮ ਤਰੀਕੇ ਦੇ ਨਾਲ ਹੀ ਪੈਰ ਜਿਹੜਾ ਆ ਉਹ ਸਰਦਾਰ ਸੁੱਖਾ ਸਿੰਘ ਦਾ ਉੱਠਿਆ, ਬਿਲਕੁਲ ਇੱਕੋ ਰੂਪ ਦੇ 'ਚ। ਉਹ ਤਸਵੀਰ ਬਹੁਤ ਕੁਝ ਬਿਆਨ ਕਰਦੀ ਉਹਦੇ ਵਿੱਚ, ਪਰ ਜਿਹੜੀ ਮੁੱਖ ਰੂਪ ਵਿੱਚ ਚੀਜ਼ ਵੇਖਣ ਵਾਲੀ ਹੈ ਉਹ ਇਹ ਹੈ ਕਿ ਤੁਸੀਂ ਸਾਰੀ ਤਸਵੀਰ ਨੂੰ ਦੇਖੋਗੇ, ਤੁਹਾਨੂੰ ਪੂਰੇ ਇਤਿਹਾਸ ਦਾ ਉਹ ਸਾਰੇ ਦਾ ਸਾਰਾ ਮੰਜ਼ਰ ਉਹ ਦ੍ਰਿਸ਼ਟਮਾਨ ਹੋਏਗਾ। ਯੂ ਕੈਨ ਇੰਜੋਏ, ਯੂ ਕੈਨ ਵਿਜ਼ਨ the kind of you can say taste of that period of time. But the same time, ਜੇ ਤੁਸੀਂ ਕਿਸੇ ਇੱਕ ਖਾਸ ਚਿਹਰੇ ਨੂੰ ਦੇਖ ਕੇ ਤੇ ਉਹਨੂੰ ਲੱਭਣ ਦੀ ਟਰਾਈ ਕਰੋ ਵੀ ਮੈਂ ਉਹਨੂੰ ਦੇਖਾਂ, ਤੁਹਾਨੂੰ ਚਿਹਰੇ ਨਹੀਂ ਲੱਭਣਗੇ। ਦੇਖਿਓ ਜੇ ਕਦੇ, ਕਿਉਂਕਿ ਚਿਹਰਿਆਂ 'ਚ ਗਲੈਮਰ ਨਹੀਂ ਹੈਗਾ ਬਿਲਕੁਲ ਵੀ। ਇੱਥੇ ਗੱਲ ਕਿਸੇ ਖਾਸ ਕਿਰਦਾਰ ਨੂੰ ਇਕੱਲੇ ਨੂੰ ਉਭਾਰਨ ਦੀ ਨਹੀਂ। ਇੱਥੇ ਜਿਹੜਾ ਇੱਥੇ ਹੀਰੋ ਆ ਉਹ ਗੁਣ ਆ, ਬਾਕੀ ਤੇ ਸਾਰੇ ਸਫ਼ਰ ਦੇ ਇੱਕ ਰਾਹਗੀਰ ਆ, ਸਫ਼ਰ ਤੁਰਨ ਵਾਲੇ ਇੱਕ ਜਿਸ ਇੱਕ ਵਕਤੀ ਤੌਰ 'ਤੇ ਆਪਣਾ ਰੋਲ ਪਲੇ ਕਰ ਰਹੇ ਆ। ਜੇ ਗੁਣ ਕੈਰੀ ਕਰ ਰਹੇ ਆ, ਉਹ ਪਲੇ ਕੀਤੇ ਗਏ ਰੋਲ ਨੂੰ ਅਮਰ ਕਰ ਰਹੇ ਆ, ਉਹਨੂੰ ਵਡਿਆਇਆ ਜਾ ਰਿਹਾ। ਜੇ ਔਗਣ ਕੈਰੀ ਕਰਦੇ ਆ, ਹਾਂ ਫਿਰ ਵੀ ਪਾਰਟ ਤੇ ਹੈਗਾ ਹੀ ਆ ਹਿਸਟਰੀ ਦਾ, ਮੈਂ ਅੱਗੇ ਬਾਤ ਕੀਤੀ ਸੀ, ਪਰ ਫਿਰ ਹਿਸਟਰੀ ਦੇ ਜਿਹੜਾ ਡਾਰਕ ਸਾਈਡ ਆ, ਡਸਟਬਿਨ ਸਾਈਡ ਆ, ਉਹਦੇ ਪਾਰਟ ਆ। ਫਿਰ ਸਲਾਹੁਣਾ ਨਹੀਂ, ਫਿਰ ਸਲਾਹੁਤਾ ਨਹੀਂ ਮਿਲੇਗੀ। ਅੱਜ ਵੀ ਲੋਕ ਹਿਟਲਰ ਨੂੰ ਕਿੰਨੀ ਕੁ ਸਲਾਹੁਤਾ ਦਿੰਦੇ ਨੇ, ਤੁਹਾਡੇ ਸਾਹਮਣੇ ਹੀ ਹੈ। ਕਿੰਨਾ ਕੁ ਸਮਾਂ ਤੇ 100 ਸਾਲ ਵੀ ਨਹੀਂ ਹੋਇਆ ਪੂਰੀ ਤਰ੍ਹਾਂ ਜੇ ਦੇਖਿਆ ਜਾਏ ਤੇ। ਅੱਜ ਵੀ ਲੋਕ ਉਹਨਾਂ ਡਿਕਟੇਟਰਸ ਨੂੰ, ਜੰਗੇਜ਼ ਖਾਨ ਨੂੰ ਤੇ ਹੋਰਾਂ ਨੂੰ ਯਾਦ ਹੀ ਕਰਦੇ ਹੀ ਨੇ, ਪਰ ਕਿਵੇਂ ਯਾਦ ਕਰਦੇ ਨੇ? ਅਸੀਂ ਖੁਦ ਔਰੰਗਜ਼ੇਬ ਤੇ ਜੇ ਹੁਣ ਬਾਤ ਪਾਈ ਹੈ,
ਸੋ ਸਲਾਹੁਤਾ ਗੁਣ ਦੀ ਹੈ। ਜੇ ਕੱਲ ਸਲਾਹੁਤਾ ਗੁਣ ਦੀ ਹੈ, ਇਤਿਹਾਸ, ਹਿਸਟਰੀ, ਹਰ ਚੀਜ਼, ਤੇ ਭਾਈ ਅੱਜ ਬਾਣੀ ਉਹ ਹੋਏ ਜਿਹੜੀ ਇਹ ਸਮਝ ਆਏ। ਐਸੀ ਬਾਣੀ ਜੇ ਲਗਾਤਾਰ ਪੜਾਂਗੇ, ਸੁਣਾਂਗੇ, ਗੁਣ ਤੋਂ ਜੀਵਨ ਟੁੱਟੇਗਾ ਨਹੀਂ, ਗੁਣ ਨਾਲ ਜੀਵਨ ਭਰ ਜਾਏਗਾ। ਇਹ ਹੈ ਗੁਰਬਾਣੀ। ਇਹ ਹੈ ਤੁਹਾਨੂੰ ਜ਼ਿੰਦਗੀ ਦੀਆਂ ਚੋਇਸਿਸ ਬਣਾਉਣ ਵਾਸਤੇ ਐਗਜ਼ੈਕਟਲੀ ਤੁਹਾਨੂੰ ਰੌਸ਼ਨੀ ਦਿੰਦੀ ਹੈ। ਸਭ ਨੇ ਬਿਆਨ ਕੀਤਾ, ਸੱਚੀ ਬਾਣੀ ਸੱਚੇ ਗੁਣ ਗਾਵੇਂ, ਤਿਤ ਕਰ ਸੋਹਿਲਾ ਹੋਈ ਰਾਮ। ਉਸ ਹਿਰਦੇ ਘਰ 'ਚ ਫਿਰ ਸੋਹਿਲੇ ਦਾ ਗੀਤ ਹੋਏਗਾ। ਜਿਹੜਾ ਸ਼ੁਰੂਆਤ ਆਈ ਸੀ ਨਾ, ਸ਼ਬਦ ਸੱਚਾ ਸੱਚ ਸੋਹਿਲਾ, ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ। ਜਿਵੇਂ ਸਾਰੀ ਸਟਰਗਲ ਚੱਲ ਰਹੀ ਹੈ, ਮੈਂ ਬੇਨਤੀ ਕਰਾਂ ਜਿੰਨੇ ਲੋਕ ਇਮੋਸ਼ਨਲੀ ਆਪਣੇ ਆਪ ਨੂੰ ਇਨਵੈਸਟ ਕਰੀ ਜਾਣਗੇ ਉਹਦੇ 'ਚ, ਉਹਨੇ ਜ਼ਿਆਦਾ, ਜੇ ਬੰਦਾ ਆਪਣੇ ਆਪ ਨੂੰ ਸਪਿਰਿਚੁਅਲ ਸਾਈਡ ਤੋਂ ਪ੍ਰਪੇਅਰ ਨਹੀਂ ਕਰਦਾ, ਫਰਸਟ੍ਰੇਸ਼ਨ ਹੋ ਜਾਏਗੀ। ਕਾਲਾਪਨ ਜਿਹੜਾ ਆ ਇਹ ਉੱਥੋਂ ਹੀ ਨਿਕਲਦਾ ਆ। ਤੇ ਜੇ ਬੰਦਾ ਸਪਿਰਿਚੁਅਲੀ ਆਪਣੇ ਆਪ ਨੂੰ ਅੰਗੇਜ ਕਰਕੇ ਰੱਖੇਗਾ, ਜਿਹਨੂੰ ਸਾਹਿਬ ਨੇ ਕਿਹਾ ਸੀ ਰਜ਼ਾ ਵਿੱਚ ਰਾਜ਼ੀ ਰਹਿਣਾ, ਆਪਣਾ ਕਰਮ ਇਮਾਨਦਾਰੀ ਨਾਲ ਕਰ, ਜੋ ਮਿਲੇਗਾ ਇੱਕ ਕਰਤਾਰ ਦਾ ਫਲ ਹੋਏਗਾ। ਬਸ ਇਹ ਸੋਚ, ਤੇਰਾ ਕੰਮ ਤੇ ਕਰਮ ਕਰਨਾ ਹੈ ਨਾ। ਜੇ ਕਿਰਸਾਨੀ 'ਚ ਦੇਖਿਆ ਜਾਏ, ਅਸੀਂ ਤੇ ਉਹਦੇ ਫਲ ਨੂੰ ਬਹੁਤ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਬਿਲਕੁਲ ਜਿਹੜਾ ਆ ਬੀਜ ਲਾਉਂਦੇ ਹਾਂ, ਰਾਖੀ ਕਰਦੇ ਹਾਂ, ਸਭ ਚੀਜ਼ਾਂ। ਇਹਦੇ ਬਾਰੇ ਗੱਲਾਂ ਫੋਕਲੋਰ 'ਚ ਵੀ ਹੈਗੀਆਂ ਨੇ, ਤੇ ਵੈਸੇ ਵੀ ਕਿਹਾ ਜਾਂਦਾ ਹੈ ਕਿ ਕਿਸਾਨ ਨੂੰ ਬੋਹੜ ਲੱਗੇ ਤੋਂ ਜ਼ਿਆਦਾ ਖੁਸ਼ੀ ਲਹਿ ਲਹਾਂਦੀ ਫਸਲ ਨੂੰ ਵੇਖ ਕੇ ਹੁੰਦੀ ਹੈ। ਜਦੋਂ ਉਹਦਾ ਉਸ ਤਰੀਕੇ ਨਾਲ ਜਿਹੜਾ ਉਹਦੇ ਅੰਦਰ ਰਵਾਨਗੀ ਹੁੰਦੀ ਹੈ ਖੂਨ ਦੀ, ਉਹਦਾ ਰੂਪ ਹੀ ਕੁਛ ਹੋ ਰਿਹਾ। ਜਦੋਂ ਵਧੀ ਹੋਈ ਪਾਪੂਲੇਸ਼ਨ ਕਰਕੇ ਤੇ ਸਾਡੇ ਇੱਕ ਵੈਸਟਰਨਾਈਜ਼ ਕਲਚਰ ਦੇ ਇੰਪੈਕਟ ਕਰਕੇ ਪਿੰਡ ਸੁੰਗੜਦੇ ਗਏ, ਸ਼ਹਿਰ ਵੱਧਦੇ ਗਏ, ਤੇ ਕੰਕਰੀਟ ਜਿਹੜੀ ਹੈ, ਬ੍ਰਿਕ ਤੇ ਕੰਕਰੀਟ ਜਿਹੜੀ ਹੈ ਸੰਗੇ ਮਰਮਰ ਦਾ ਰੂਪ ਲੈ ਕੇ ਉਹ ਸ਼ਹਿਰਾਂ 'ਚ ਆਲੇ ਦੁਆਲੇ ਪਸਰੀ। ਜਿਹੜੀ ਵੱਡੇ ਲੈਵਲ ਤੇ ਮੈਂਟਲ ਹੈਲਥ ਦੇ ਇਸ਼ੂਜ਼ ਆਏ ਨੇ, ਇਹ ਉੱਥੋਂ ਹੀ ਸ਼ੁਰੂ ਹੋਏ ਨੇ। ਅਦਰਵਾਈਜ਼ ਉਸ ਖਿੱਤੇ ਦੇ ਲੋਕਾਂ ਦੀ ਜਿਹੜੀ, ਭਾਵੇਂ ਉਹ ਦਲੇਰੀ ਸੀ, ਬਹਾਦਰੀ ਸੀ, ਜਿਹੜੀ ਬੇਖੌਫੀਅਤ ਸੀ, ਜਿਹੜਾ ਉਹਨਾਂ 'ਚ ਇਨੋਸੈਂਸ ਸੀ, ਭੋਲਾਪਨ, ਧਰਤੀ ਦੇ ਇਤਨੇ ਬੇਪਰਵਾਹ ਤੇ ਕਿਸੇ ਲੈਵਲ ਤੇ ਵੀ, ਮਤਲਬ ਐਸੀ ਪ੍ਰਵਾਸ ਇਹਨਾਂ ਮੁਲਕਾਂ 'ਚ ਅੱਜ ਵੀ ਤੁਸੀਂ ਦੇਖਦੇ ਹੋ ਕਿ ਲੋਕੀ ਇੱਥੇ ਆਉਂਦੇ ਆ, ਨਵੇਂ ਕਲਚਰ, ਨਵੀਂ, ਜਿੱਥੇ ਬਿਲਕੁਲ ਨਵੇਂ ਸਿਰ ਤੋਂ ਜ਼ਿੰਦਗੀ ਸ਼ੁਰੂ ਕਰਨੀ ਹੈ, ਲੈਂਗੁਏਜ ਦਾ ਨਹੀਂ ਪਤਾ ਕਿਸੇ ਚੀਜ਼ ਦਾ। ਉਹਨਾਂ ਪੁਰਖਿਆਂ ਨੂੰ ਸੋਚ ਕੇ ਦੇਖੋ, ਜਿਹੜੇ ਉਸ ਖਿੱਤੇ ਤੋਂ ਨਿਕਲੇ ਤੇ ਇੱਥੇ ਆ ਬਿਲਕੁਲ ਜਿਹੜਾ ਆ ਦਮਾਮੇ ਵਜਾਉਂਦੇ ਹੋਏ ਨਾ ਖਿੱਤਿਆਂ ਦੇ ਨਾਲ ਇਲਾਕਿਆਂ ਦੇ ਵਿੱਚ, ਯੂਰਪ, ਨਾਰਥ ਅਮਰੀਕਾ, ਹੋਰ ਵੱਖਰੇ ਜਿਹੜਾ ਹੈਗਾ ਅੱਜ ਦਾ ਡਿਵੈਲਪਡ ਵਰਲਡ ਜਿਹੜਾ, ਉਹਦੇ ਵਿੱਚ ਪੂਰੀ ਸਥਾਪਤੀ ਕੀਤੀ ਆਪਣੀ। ਇਹ ਜਿਹੜੀ ਬੇਖੌਫੀਅਤ ਆ, ਇਹ ਉੱਥੋਂ ਹੀ ਆਈ ਆ, ਜਿਨ੍ਹਾਂ ਨੇ ਇਤਨੇ ਮਾਨਸਿਕ ਤੌਰ ਤੇ ਸਟਰੋਂਗ ਹੋ ਗਏ, ਇਤਨੀ ਖੁਸ਼ੀ ਮਾਣ ਲਈ ਜ਼ਿੰਦਗੀ ਦੀ ਉਹਨਾਂ ਖਿੱਤਿਆਂ ਦੇ ਵਿੱਚ, ਉਹਨਾਂ ਲਹਿਲਾਉਂਦੀਆਂ ਫਸਲਾਂ ਤੋਂ, ਨਾ ਸਭ ਦੇ ਨਾਲ, ਕਿ ਹੁਣ ਉਹਨਾਂ ਨੂੰ ਕੋਈ ਦੁੱਖ ਲੱਗਦਾ ਹੀ ਨਹੀਂਗਾ। ਇਹ ਐਕਚੁਅਲ ਜਿਹੜੀ ਚੀਜ਼ ਆ, ਇਹ ਅਹਿਸਾਸ ਜਿਹੜਾ ਆ ਬੜਾ ਡੀਪ ਲੈਵਲ ਦਾ ਆ। ਜਿਹੜੀ ਬੇਨਤੀ ਕਰ ਰਿਹਾ ਸੀਗਾ ਮੈਂ, ਕਿ ਜਦੋਂ ਬੰਦਾ ਇਹੋ ਜਿਹੀ ਮਾਨਸਿਕਤਾ ਦਾ, ਇਹੋ ਜਿਹੇ ਸੁਹਾਗ ਗੀਤ ਗਾਉਣ ਲੱਗ ਜਾਂਦਾ, ਤੇ ਇਹ ਆਉਂਦੇ ਨੇ ਗੁਣਾਂ ਤੋਂ, ਜਿੱਥੇ ਬੇਈਮਾਨੀ ਹੈ ਹੀ ਨਹੀਂ, ਜਿੱਥੇ ਕਿਸੇ ਦੇ ਪ੍ਰਤੀ ਈਰਖਾ ਦੁਆਇਖ ਨਹੀਂਗਾ। ਅੱਜ ਤੇ ਹਾਲਤ ਇਹ ਤੁਸੀਂ ਦੇਖੀਏ, ਕੋਰਟ ਕਚਹਿਰੀ ਤੇ ਸਭ ਚੀਜ਼ਾਂ, ਇਹ ਇੱਕ ਦਿਨ 'ਚ ਨਹੀਂ ਆਇਆ। ਮੈਂ ਉਸ ਦਿਨ ਛੋਟੇ ਜਿਹੇ ਰੰਗ ਬਿਆਨ ਕਰਦੇ ਹਾਂ। ਹਾਲਾਂਕਿ ਜਿਹੜਾ ਵਰਤ ਰੱਖਣਾ ਆ, ਇਹ ਧਾਰਮਿਕ ਅਕੀਦੇ ਕਰਕੇ, ਸਾਰੇ ਚੀਜ਼ ਕਰਕੇ ਇਹ ਨਾ ਪ੍ਰਵਾਨ ਹੈ। ਬਾਕੀ ਜਿਹੜੇ ਰਾਹ ਨੇ ਇਸ ਤਰੀਕੇ ਦੇ ਨਾਲ, ਜਿਹੜਾ ਤੁਸੀਂ ਕਹਿ ਲਓ ਕਿ ਡੈਮੋਸਟ੍ਰੇਸ਼ਨ ਦੇ, ਆਪਣਾ ਰੋਸਾ ਦਰਜ ਕਰਾਉਣ ਦੇ, ਉਹ ਤੇ ਸਭ ਸਾਰਿਆਂ ਵਾਸਤੇ ਯੂਨੀਵਰਸਲ ਨੇ। ਤੇ ਉਸ ਦਿਨ ਹੋਇਆ ਇਹ ਕਿ ਉਹ ਜਦੋਂ ਉਹਨਾਂ ਨੇ ਪਿੱਛੇ ਜਦੋਂ ਭੁੱਖ ਹੜਤਾਲ ਰੱਖੀ ਉੱਥੇ, ਤੇ ਇੱਕ ਸ਼ਖਸ ਸੀਗਾ, ਤੇ ਉਹ ਉਸਨੇ ਵੀ ਰੱਖੀ, ਤੇ ਉਸਨੂੰ ਇੱਕ ਜਰਨਲਿਸਟ ਪੁੱਛਦਾ ਆ ਕਿ ਤੂੰ ਭੁੱਖਾ ਰਿਹਾ ਸਾਰਾ ਦਿਨ? ਉਹ ਕਹਿੰਦਾ ਹਾਂ। ਕਹਿੰਦਾ ਵੀ ਕੀ ਪ੍ਰਾਪਤ ਹੋਇਆ? ਕਹਿੰਦਾ ਵੀ ਗੱਲ ਇਹ ਹੈ, ਪ੍ਰਾਪਤ ਇਹ ਹੋਇਆ ਕਿ ਇਹ ਅਸਲ ਭੁੱਖ ਹੜਤਾਲ ਨਹੀਂ ਸੀਗੀ ਮੇਰੇ ਵਾਸਤੇ,
ਇਹ ਮੇਰੇ ਵਾਸਤੇ ਆਪਾ ਪੜਚੋਲ ਜਿਹਨੂੰ ਕਿਹਾ ਜਾਏ ਕਿ ਇੱਕ ਸੈਲਫ ਐਨਾਲਿਸਿਸ ਦੀ, ਇੱਕ ਸੈਲਫ ਇੱਕ ਐਨਾਲੋਜੀ ਦੀ, ਇੱਕ ਸੈਲਫ ਕਲਿੰਜਿੰਗ ਦਾ ਕਾਰਜ ਸੀਗਾ। ਪਤਾ ਨਹੀਂ ਕਿੰਨਾ ਗੰਦ ਅਸੀਂ ਇਕੱਠਾ ਕੀਤਾ ਹੈ। ਬਲਕਿ ਉਹਨੂੰ ਕਹਿੰਦਾ ਤੂੰ ਹੀ ਦੇਖ ਆਪਣੇ ਅੰਦਰ। ਜਦੋਂ ਵਾਰ-ਵਾਰ ਮਨ ਫਿਰ ਦੁਬਾਰਾ ਕਹੇਗਾ ਵੀ ਰੋਟੀ ਆਉਣੀ ਚਾਹੀਦੀ, ਆ ਚੀਜ਼ ਆਉਣੀ ਚਾਹੀਦੀ ਹੈ, ਫਿਰ ਆਪਣੇ ਆਪ ਨੂੰ ਪੁੱਛ, ਤੂੰ ਡਿਜ਼ਰਵ ਕਰਦਾ ਇਹਨੂੰ? ਪੁੱਛ ਆਪਣੇ ਆਪ ਨੂੰ। ਜੇ ਕਿਤੇ ਕਮੀ ਹੈ, ਖਾਮੀ ਹੈ, ਉਹਨੂੰ ਦੂਰ ਕਰ। ਹੁਣ ਆਹ ਜਿਹੜੀਆਂ ਚੀਜ਼ਾਂ ਨੇ, ਕੂੜ, ਜਿਵੇਂ ਜਿਵੇਂ ਕਹਿੰਦੇ ਕੂੜ ਵੱਧਦਾ ਆ ਤੇ ਸੱਚ ਮਿਟ ਤੇ ਸਕਦਾ ਨਹੀਂਗਾ ਨਾ। ਆਖਰਕਾਰ ਸੱਚ ਤੇ ਸੱਚ ਹੈ, ਉਹਨੇ ਬਾਹਰ ਆਉਣਾ ਹੈ। ਕੂੜ ਕਿੰਨਾ ਲਗੋਏਗਾ ਉਹਨੂੰ? ਗੁਰੂ ਸਾਹਿਬ ਨੇ ਕਿਹਾ ਜਿਹਦੇ ਅੰਦਰ ਇਹ ਸੋਹਿਲਾ ਚੱਲਦਾ ਹੈ ਤੇ ਗੁਣ ਜੇਤੂ ਹੈ, ਸੱਚ ਜੇਤੂ ਹੈ, ਉਸ ਨੂੰ ਦੁਨੀਆ ਦਾ ਵੱਡੇ ਤੋਂ ਵੱਡਾ ਹਨੇਰਾ ਵੀ ਡੇਗ ਨਹੀਂ ਸਕਦਾ। ਅਗਲਾ ਬਚਨ ਲਿਖਿਆ ਸਾਹਿਬ ਨੇ ਦੇ ਨਾਲ, ਨਿਰਮਲ ਗੁਣ ਸਾਚੇ ਤਨ ਮਨ ਸਾਚਾ। ਮੈਲ ਰਹਿਤ ਗੁਣਾਂ ਦੀ ਜਿੱਥੇ ਆਮਦ ਹੋ ਰਹੀ ਹੈ, ਤਨ ਵੀ ਸੱਚਾ ਹੈ, ਮਨ ਵੀ ਸੱਚਾ ਹੈ। ਤਨ ਵੀ ਸੱਚਾ ਆ। ਦੇਖੋਗੇ ਅਸੀਂ ਸ਼ਬਦ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਬੰਦਾ ਨਹਾਣ ਤੀਰਥ ਤੇ ਜਾ ਰਿਹਾ ਤੇ ਮਨ ਵਿੱਚ ਖੋਟ ਹੈ, ਤਨ ਵਿੱਚ ਚੋਰ ਬੈਠਾ ਹੈ। ਕਦੀ ਅਹਿਸਾਸ ਕਰਕੇ ਦੇਖੋ, ਬਿਲਕੁਲ ਬੇਗਾਨੀ ਜੂਹ ਦੇ ਵਿੱਚ ਆਪਣੇ ਪਰਿਵਾਰ, ਬੱਚੇ, ਬਜ਼ੁਰਗ ਇਹ ਲੈ ਕੇ ਬੈਠ ਕੇ ਜਾ ਕੇ, ਜੇ ਤਨ ਵਿੱਚ ਚੋਰ ਹੋਏ। ਲੋਕ ਤੇ ਕਿਤੇ ਵੋਕੇਸ਼ਨ ਕੱਟਣ ਲਈ ਜਾਣ ਤੇ ਉਹ ਕਹਿੰਦੇ ਨੇ ਓਕੇ ਯੂ ਨੋ ਆਈ ਕੈਨ ਨੋਟ ਸਟੇ less than 5-star hotel. Why? Because I need security. I cannot, ਕਿਉਂਕਿ ਚੋਰ ਬਾਹਰ ਨਹੀਂ ਹੁੰਦਾ, ਚੋਰ ਬੰਦੇ ਦੇ ਤਨ ਵਿੱਚ ਹੀ ਹੁੰਦਾ ਹੈ, ਤੇ ਜੋ ਅੰਦਰ ਸਿਮਰਨ ਚੱਲਦਾ ਉਹੀ ਬਾਹਰੋਂ ਆਉਂਦਾ ਹੈ। ਇਹ ਵੀ ਚੇਤੇ ਰੱਖੀਏ। ਹਾਂ, ਮਾਹੌਲ ਤੇ ਹੈ, ਇਹ ਸਮਾਜ ਸਿਰ ਇੱਦਾਂ ਸਭ ਚੀਜ਼ਾਂ ਹੁੰਦੀਆਂ, ਪਰ ਇਹ ਚੀਜ਼ਾਂ ਇਸ ਲੈਵਲ ਤੇ ਵੀ ਨੇ। ਸਾਹਿਬ ਨੇ ਕਿਹਾ ਜਿੱਥੇ ਗੁਣ ਮੈਲ ਰਹਿਤ ਗੁਣਾਤਮਕ ਜੀਵਨ ਆ, ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ। ਤਾਂ ਇੰਝ ਲੱਗੇਗਾ ਜਿਵੇਂ ਪਰੁਚਿਆ ਹੋਇਆ ਰੱਬ ਉਹ ਆਪ ਹੀ ਤੇ ਵਰਤ ਰਿਹਾ ਚਾਰ ਚੁਫੇਰੇ, ਹੋਰ ਕਿੱਥੇ ਲੱਭਣ ਜਾਵਾਂਗੇ। ਬੰਦਾ ਇਹੀ ਗੁਰਬਾਣੀ ਦੀ ਵਡਿਆਈ ਹੈ। ਅਸੀਂ ਮੱਠ ਪ੍ਰਸਤ ਨਹੀਂ ਹੈਗੇ, ਨਾ ਸਿੱਖੀ ਨੇ ਮੱਠ ਪ੍ਰਸਤਗੀ, ਮੱਠ ਪ੍ਰਸਤੀ ਨੂੰ ਤੋੜਿਆ ਸਿੱਖੀ ਨੇ। ਸਿੱਖੀ ਤੇ ਕਹਿੰਦੀ ਹੈ ਕਿ ਜ਼ਰਰੇ ਜ਼ਰਰੇ 'ਚ ਰੱਬ ਬੈਠਾ। ਸ਼ਬਦ ਪੜ੍ਹਦੇ ਨਾ, ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੀ। ਜਿਹੜਾ ਖਾਲਕ ਆ ਉਹ ਖਲਕਤ ਦੇ ਵਿੱਚ ਆ, ਤੇ ਉਸੇ ਖਲਕਤ ਦੇ ਵਿੱਚ ਰੱਬ ਜੀ ਵਸੇਬਾ ਕਰਕੇ ਬੈਠੇ ਨੇ। ਫਿਰ ਇਸੇ ਕਰਕੇ ਭਗਤ ਫਰੀਜੇ ਨੇ ਕਿਹਾ, ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੀ। ਮੰਦਾ ਕਿਸ ਨੂੰ ਆਖੀ ਹੈ ਜੋ ਤਿਸ ਬਿਨ ਕੋਇ ਨਾ। ਮਾੜਾ ਕਿਹਨੂੰ ਕਹਿ ਰਹੇ ਆ? ਫਿਰ ਮੰਦਾ ਕਿਹਨੂੰ ਕਹਿ ਰਿਹਾ? ਕਿਸ ਨੂੰ? ਕਿਤੇ ਤੋਂ ਨਫ਼ਰਤ ਕਰੇਗਾ, ਈਰਖਾ ਕਰੇਗਾ, ਦੁਆਹ ਕਰੇਗਾ, ਉਹੀ ਤੇ ਪਰੁਚਿਆ ਚਾਰ ਚੁਫੇਰੇ। ਤੇ ਉਹਦੇ ਰੂਪ ਤੋਂ ਤੇ ਡਰ ਨਹੀਂ ਲੱਗਦਾ ਨਾ। ਇਹ ਤੇ ਸਾਹਿਬਜ਼ਾਦੇ ਦੀ ਸ਼ਹਾਦਤ 'ਚ ਅਸੀਂ ਬਾਤ ਪਾਵਾਂਗੇ। ਛੋਟੇ ਛੋਟੇ ਦੋ ਮਾਸੂਮ ਬੱਚੇ ਏਡੇ ਵੱਡੇ ਜ਼ਾਲਮ ਦੀ ਕਚਹਿਰੀ 'ਚ ਇਕੱਲੇ ਖੜੇ, ਬੇੜੀਆਂ ਜਕੜੇ ਹੋਏ, ਬਿਲਕੁਲ ਡਰ ਰੇਸ਼ਾ ਵੀ ਨਹੀਂ ਹੈਗਾ ਉਹਨਾਂ ਦੇ ਵਿੱਚ। ਕਿੱਥੋਂ ਆਏਗਾ ਡਰ? ਡਰ ਆਉਣ ਵਾਸਤੇ ਤੇ ਅਨਹੋਂਦ ਚਾਹੀਦੀ ਹੈ। ਅਨਹੋਂਦ ਕਾਹਦੀ? ਚਾਨਣ ਦੀ। ਅਨਹੋਂਦ ਕਾਹਦੀ? ਉਸ ਸੋਝੀ ਦੀ। ਅਨਹੋਂਦ ਕਾਹਦੀ? ਅਨਹੋਂਦ ਆਪਣਿਆਂ ਦੀ। ਜਦੋਂ ਆਪਣਤ ਉਸ ਕਾਲਪੁਰਖ ਵਾਹਿਗੁਰੂ ਨਾਲ ਹੈ, ਜਿਹਨੂੰ ਕਿਹਾ ਇੱਕ ਸੱਜਣ ਸਭ ਸੱਜਣਾ, ਉਹੀ ਤੇ ਹੈ ਚਾਰ ਚੁਫੇਰੇ। ਇੱਥੇ ਜ਼ਿਕਰ ਆਇਆ, ਮਹਾਰਾਜ ਕਹਿੰਦੇ ਸਾਚਾ ਪੁਰਖ ਪ੍ਰਭ ਸੋਈ ਰਾਮ। ਸਭ ਸੱਚ ਵਰਤੈ ਸੱਚੋ ਬੋਲੈ। ਸਭ ਸੱਚ ਹੀ ਵਰਤਦਾ ਤੇ ਫਿਰ ਸੱਚ ਹੀ ਬੋਲਦਾ ਹੈ। ਸੱਚ ਦਾ ਬੋਲਣਾ, ਸੱਚ ਤੇ ਬੋਲ ਰਿਹਾ ਹੈ। ਆਪਾਂ ਮੂੰਹ ਤੋਂ ਨਾਮ ਹੀ ਬੋਲੀਏ, ਸਾਡੇ ਕੰਨ ਨਾਮ ਹੀ ਸੁਣਨਾ ਚਾਹਣ, ਅੰਦਰ ਤੇ ਬੋਲਣ ਵਾਲਾ ਬੋਲ ਰਿਹਾ, ਦੱਸ ਰਿਹਾ ਅਸਲੀਅਤ ਕੀ ਹੈ, ਰਿਐਲਿਟੀ ਕੀ ਹੈ, ਅਸਲ ਦੇ ਵਿੱਚ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਉਹ ਤੇ ਬੋਲ ਰਿਹਾ। ਪਰ ਬੰਦਾ ਸਾਹਿਬ ਨੇ ਕਿਹਾ
जिथे समझ आई इस किस्म के नाल कि बंदा समझे सब सच वरता है, सच्चो बोल है, वरत भी सच रहा, हुक्म वरत रहा करतार का। ये करतार का हुक्म, क्योंकि जो असी कर रहे हैं आले दुआले नूं ते लुको लईए, छुपो लईए, दस लईए, कुछ विखा लईए, कुछ ना विखाईए, करतारी कुदरत थोड़ा वो तो थोड़ा लुकिया है, वो तो सब वेख रही है। जो भी हो रहा है मैं सरल करके बयान कर देना वा। टबैको कंपनीज़ नूं लाइसेंस मिलिया जिन्हों असीं जगत जूट कहने हैं, रैगूलेटरी कर बोर्ड बना के जिहड़े गवर्न करने वाले लोग सी, गवर्निंग बॉडीज़, उन्होंने कहा भी इन्ना टैक्स रेवन्यू सानू दिओ ताकि जिहड़ा आ साडी सल्तनत चले ते बाकी तुसीं वेचो। वो वेचन लग गए तो वड्डे लैवल ते लोग कंज्यूम करते, क्योंकि फील हाई, फील गुड, फील वेरी कंसनट्रेशन वध जाती, आ चीज़ां हो जांदियां। अरे अराउंड 50s दे विच ओपनली ये स्टडीज़ आउणियां शुरू हो गई, लोगों ने कहना शुरू कर दिता कि इट कंज्यूम्स नो डाउट डिपेंडेंसी एंड एडिक्शन, एवरीथिंग वाज देयर, बट कैंसर इत्थे सीधा कैंसर का कॉज बन रहा, लोग मर रहे हैं। वो राइटिंग्स दे विच देंदे रहे लिख लिख के कि नो 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 दैट इज जस्ट ये तो एक प्रोपोगंडा आ, ये तो एक जिहड़ा आ साडे खिलाफ एक जिहड़ी है वो चलाई जा रही है, तो गलत है, तो सब रॉन्ग है, रॉन्ग इन्फॉर्मेशन लिख लिख के देंदे रहे। आखिर 60वें तक 70वें तक आउंदियां तक गल बिल्कुल वो भी ना लुका सके। लुका क्यों नहीं सके, कितों लुकाओगे, चार चपेरे ते फैलाया। सो ये जो वरत रहा आ, तुसी जिन्ना मर्जी तुसी अवॉइड करो, तुसी छुपाओ लुकाओ, सच सामने है। साहब ने बयान किया, चेते रखी जिहड़ा सच आ वो लुकदा नहीं गा, सब सच वरता है, सच्चो बोला है, जो सच करे सो होई। ते जिथे जो सच सच रब है, जो करदा हुंदा वो है, तो वो करदा एक तो उन्हें सानू ऑटोनमी दी है, ऑटोनमी भी सच्ची है। जो तू होना करना चाहना अपने लिए, अपने आले दुआले लिए बीज पाई, तो बंदा बीज के मुकरे, बलेम गेम यही होंगी है ना, भी बंदा होरां नूं कहंदा कि नहीं 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 ओहदा कसूर है, ओहदा कसूर है, ओहदा कसूर है, इस किस्म की बात है। सो इत्थे जिक्र आया कि ना भाई तू बच नहीं सकता, जो सच करे सो होई, जह देखा तैं सच पसरिया, अवर ना दूजा कोई। बाकी जिधर भी वेखदा पसारा ओहदा ही है, वो आप ही पसरिया है, कूड़ विच भी ते सच विच भी। इसलिए कूड़ तो नफरत नहीं, कूड़ तो बचाया। साकत संग न कीजिए दूरें जाइए भाग, साकत दा संग नहीं करना, उन्होंने तिलांजलि देनी, अवॉइड करना, छड्डना उन्होंने, दूरें जाइए, हाँ दूरी बनानी ਉਹਦੇ ਤੋਂ, क्योंकि जे कूड़ विच सुरत लबरेज होएगी तो कूड़ जीवन खा जाएगा। इसलिए गुरु बाबा जी ने इत्थे बयान किया, साहब कहते चेते रख जह देखा तह सच पसरिया है, तो आप ही अवर ना दूजा कोई, उन्हें ਉਹਦੇ हुक्म विच सब आप ही करन कराउण वाला हैगा। सच्चे उपजै सच समावै, मर जन्मै दूजा होई। सच तो उपजे हुए लोग सच च समा जाते ने, मर जन्मै ਉਹੀ जमदा ते मरदा आ, जिहड़ा दूजा होई जिहदी होनी जिहड़ी है वो दुई दवैत विच स्टक हो जाती है। बाकी हर साह ही मुक्ति दे रहा, हर साह मुक्त कर रहा, सैल्वेशन है। ये बंदा पैर पैर ते हो रहे अमलों की चोण विचों ही अपनी ते दूजियां दी मुक्ति लभ रहा है। पर यह भी सच्चाई है, पैर पैर ते होने वाली चोण विच ही बंदा अपने ते दूजियां लई जिहड़ा आ बंधन बन रहा है, उन्हां लई ट्रैप सिरज रहा है। इत्थे गुरु साहब ने बात की, अंतली लाइन है बिल्कुल, नानक सब किछ आपे करता आप करावे सोई। हे नानक सब कासे नूं करन कराउण वाला वो आप ही है। नानक सब किछ आपे करता आप करावे सोई, वो आप ही सब नूं अपने हुक्म विच तोड़ के चीज़ जिहड़ी कराउंदा आ। सब रहमत करने ना आलमी अलाही अगमी वाकई जो चंगेरी प्रेरणा मिले, असी गुरमती हो सकीए, जिवें कि भी आप कल भी वाकफियत दिती सीगी।
ਆਉਂਦੇ ਦਿਨਾਂ ਦੇ ਸ਼ਹਾਦਤ ਸਮਾਗਮ ਉਹ ਗੁਰਦੁਆਰਾ ਸਾਹਿਬ ਜਿਵੇਂ ਆਏ ਭਰੇ ਹੁੰਦੇ ਸੀ ਉਸੇ ਤਰੀਕੇ ਨਾਲ ਉਹ ਲਿਖੇ ਗਏ ਨੇ। ਫਰਕ ਸਿਰਫ ਇਤਨਾ ਹੈ ਕਿ ਸਾਡੀ ਸੰਗਤ ਜਿਹੜੀ ਆ ਵਰਚੁਅਲ ਹੋਣੀ ਹੈ ਸਾਰੀ। ਇਹਦੇ ਵਿੱਚ ਨੋ ਡਾਊਟ ਸਾਡੇ ਕੋਲ ਇੱਥੇ ਬੜੇ ਉਮਦਾ ਰਾਗੀ ਬੜਾ ਮੁਸ਼ੱਕਤ ਕਰਕੇ ਜਿਹੜਾ ਹੈ ਰਾਗ ਸੰਗੀਤ ਦੀ ਸਮਝ ਰੱਖ ਕੇ ਅਤੇ ਬੜੀਆਂ ਮਿੱਠਤ ਨਾਲ ਭਰ ਕੇ ਭਾਵਪੂਰਤ ਅੰਦਾਜ਼ ਵਿੱਚ ਗੁਰਬਾਣੀ ਕੀਰਤਨ ਆਪ ਨੂੰ ਸਰਵਣ ਕਰਵਾਉਂਦੇ ਨੇ। ਉਹ ਸੇਵਾ ਕਰਨਗੇ। ਨਾਲ ਹੀ ਕੁਝ ਉੱਘੇ ਨਾਮ ਜਿਨ੍ਹਾਂ ਦੇ ਵਿੱਚ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਭਾਈ ਮਹਿਤਾਬ ਸਿੰਘ ਜੀ ਦਰਬਾਰ ਸਾਹਿਬ ਵਾਲੇ, ਇਹ ਵੀ ਸਪੈਸੀਫਿਕਲੀ ਹਾਜ਼ਰੀ ਭਰ ਰਹੇ ਨੇ। ਸੋ ਆਪ ਟੈਲੀਵਿਜ਼ਨ ਰਾਹੀਂ ਜਾਂ ਹੋਰ ਜਿਹੜੇ ਆਊਟਲੈਟਸ ਤੁਸੀਂ ਯੂਜ਼ ਕਰਦੇ ਹੋ ਉਹਨਾਂ ਰਾਹੀਂ ਇਹਨਾਂ ਪ੍ਰੋਗਰਾਮਾਂ ਨੂੰ ਮਾਣ ਸਕਦੇ ਹੈਗੇ ਹੋ। ਅੱਜ ਵਾਸਤੇ ਇੱਥੇ ਸਮਾਪਤੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।